ਸਤਿ ਸ੍ਰੀ ਅਕਾਲ। ਤੁਸੀਂ ਲੋਕ ਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਸਿੱਧੇ ਸਵਾਲ ਪ੍ਰੋਗਰਾਮ 'ਚ ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਗੱਲਬਾਤ ਕਰਾਂਗੇ ਵੱਡੀਆਂ ਖਬਰਾਂ ਉੱਤੇ ਕਿ ਕਿਸਾਨੀ ਅੰਦੋਲਨ ਜਿਹੜਾ ਉਹ ਲਗਾਤਾਰ ਅੱਗੇ ਵਧਦਾ ਜਾ ਰਿਹਾ। ਸਰਕਾਰ ਆਪਣੇ ਥਾਂ ਤੇ ਖੜੀ ਹੈ, ਕਿਸਾਨ ਜਿਹੜੇ ਨੇ ਫੈਸਲੇ ਤੇ ਫੈਸਲੇ ਲੈ ਰਹੇ ਨੇ, ਪਰ ਇਸ ਅੰਦੋਲਨ ਦੀ ਇੱਕ ਤਾਕਤ ਜਿਹੜੀ ਆ ਉਹ ਨਵੇਂ ਤਰੀਕੇ ਨਾਲ ਉੱਭਰ ਕੇ ਸਾਹਮਣੇ ਆ ਰਹੀ ਹੈ, ਜਿਹਨੂੰ ਪਛਾਣਨ ਦੀ, ਜਿਹਦੇ ਉੱਤੇ ਚਰਚਾ ਕਰਨ ਦੀ ਜ਼ਰੂਰਤ ਹੈ ਕਿ ਉਹਦੇ ਨਾਲ ਸਰਕਾਰ ਤੇ ਕੀ ਪ੍ਰਭਾਵ ਪੈਣਾ, ਅੰਦੋਲਨ ਦੇ ਉੱਤੇ ਜਾਂ ਅੰਦੋਲਨਕਾਰੀਆਂ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਣਾ, ਸਿਆਸਤ ਤੇ ਕਿੱਦਾਂ ਦਾ ਪ੍ਰਭਾਵ ਪੈਣਾ। ਦੂਜਾ ਇਹ ਕਿ ਨਤਾਸ਼ਾ ਨਰਵਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਦੇ ਨਾਲ ਹੋਰ ਕਾਰਕੁਨ ਵੀ ਗ੍ਰਿਫਤਾਰ ਹੋਏ ਪਿੰਜਰਾ ਤੋੜ ਮੁਹਿੰਮ ਦੇ ਦਿੱਲੀ ਦੰਗਿਆਂ ਦੇ ਮਾਮਲੇ 'ਚ। ਬੀਤੇ ਦਿਨ ਉਹਨਾਂ ਨੂੰ ਜਿਹੜਾ ਉਹ ਜ਼ਮਾਨਤ ਦੇਣ ਦੇ ਦਿੱਲੀ ਹਾਈ ਕੋਰਟ ਨੇ ਆਰਡਰ ਦਿੱਤੇ ਸੀ, ਪਰ ਪਤਾ ਨਹੀਂ ਕਿਉਂ ਇਸ ਮਾਮਲੇ ਨੂੰ ਲਮਕਾਉਣ ਦੀ ਕੋਸ਼ਿਸ਼ ਹੈ, ਇਸ ਨੂੰ ਸੁਪਰੀਮ ਕੋਰਟ ਤੱਕ ਲਿਜਾਇਆ ਜਾ ਰਿਹਾ। ਇਹਦੇ ਕਾਰਨਾਂ ਉੱਤੇ ਵੀ ਗੱਲਬਾਤ ਕਰਾਂਗੇ ਕਿ ਇਹੋ ਜਿਹਾ ਡਰ ਕੀ ਹੈ ਉਹਨਾਂ ਵਿਦਿਆਰਥੀਆਂ ਤੋਂ ਜਿਹੜੇ ਆਪਣੇ ਮੁਲਕ ਦੇ ਵਿੱਚ ਰਹਿ ਕੇ ਆਪਣੇ ਹੱਕਾਂ ਪ੍ਰਤੀ ਲੋਕਾਂ ਨੂੰ ਵੀ ਜਾਗਰੂਕ ਕਰਦੇ ਨੇ। ਤੀਜਾ ਇਹ ਕਿ ਰਾਮ ਮੰਦਿਰ ਦਾ ਮੁੱਦਾ, ਉਹ ਵੀ ਕੋਈ ਛੋਟੀ ਗੱਲ ਨਹੀਂ। ਰਾਮ ਮੰਦਿਰ ਦੇ ਮੁੱਦੇ ਨੂੰ ਲੈ ਕੇ ਹੁਣ ਤੱਕ ਜਿਹੜਾ ਇੱਕ ਭੰਬਲਭੂਸਾ ਕ੍ਰੀਏਟ ਕੀਤਾ ਜਾ ਰਿਹਾ। ਜਿਹੜੇ ਇਲਜ਼ਾਮ ਲਾ ਰਹੇ ਨੇ ਉਹ ਆਪਣੀ ਥਾਂ ਤੇ ਕਹਿੰਦੇ ਅਸੀਂ ਸੱਚੇ ਆ, ਤੇ ਜਿਹੜੇ ਜਿਨ੍ਹਾਂ ਤੇ ਉੱਤੇ ਇਲਜ਼ਾਮ ਲੱਗ ਰਹੇ ਨੇ ਰਾਮ ਮੰਦਿਰ ਦੇ ਟਰਸਟੀਆਂ ਉੱਤੇ ਜਾਂ ਜਿਨ੍ਹਾਂ ਉੱਤੇ ਵੀ, ਜਿਹਦੇ ਵਿੱਚ ਸਰਕਾਰਾਂ, ਜਿਹੜੀ ਸਿਆਸਤ ਹੈ, ਬੀਜੇਪੀ, ਇਹ ਸਾਰੇ ਘਿਰਦੇ ਨੇ, ਇਹ ਆਪਣਾ ਪੱਖ ਦਿੰਦੇ ਨੇ। ਉਹਦੇ ਉੱਤੇ ਵੀ ਗੱਲਬਾਤ ਕਰਾਂਗੇ। ਪ੍ਰੋਫੈਸਰ ਸਾਹਿਬ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ। ਪ੍ਰੋਫੈਸਰ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਅੰਦੋਲਨ ਦੇ ਬਾਰੇ? ਜਿਹੜੀਆਂ ਨਵੀਆਂ ਚਰਚਾਵਾਂ ਤੁਸੀਂ ਕਹਿੰਦੇ ਹੋ ਕਿ ਸਾਹਮਣੇ ਆ ਰਹੀਆਂ ਨੇ ਕਿ ਹੋਰ ਤਾਕਤ ਜਿਹੜੀ ਉਹ ਵੱਧਦੀ ਜਾ ਰਹੀ ਹੈ, ਕੀ ਇਹਦਾ ਫਾਇਦਾ ਹੋਣਾ ਸਿਆਸੀ ਤੌਰ ਦੇ ਉੱਤੇ? ਉਹਨਾਂ ਨੂੰ ਕੀ ਨੁਕਸਾਨ ਹੋਣਾ ਸਿਆਸੀ ਲੀਡਰਾਂ ਨੂੰ? ਤੇ ਇਧਰ ਕਿਸਾਨ ਜਿਹੜੇ ਨੇ ਉਹ ਕਿਸ ਤਰ੍ਹਾਂ ਦੀ ਜਿਹੜੀ ਲਾਮਬੰਦੀ ਕਰਦੇ ਨਜ਼ਰ ਆ ਰਹੇ ਨੇ? ਮੈਂ ਇਸ ਮੂਵਮੈਂਟ ਨੂੰ ਪਹਿਲਾਂ ਤੇ ਇਤਿਹਾਸਿਕ ਮੰਨਦਾ। ਭਾਰਤ ਦੀ ਡੈਮੋਕ੍ਰੇਸੀ ਵਿੱਚ, ਇੱਥੇ ਦੇ ਲੋਕਤੰਤਰਕ ਪ੍ਰਣਾਲੀ ਦੇ ਵਿੱਚ, ਇੱਥੇ ਦੇ ਸੰਵਿਧਾਨ ਨੂੰ ਬਚਾਉਣ ਦੇ ਵਿੱਚ ਇਹ ਇੱਕ ਵੱਡਾ ਮੋੜ ਹੈ। ਇਸ ਨੂੰ ਜੇ ਇਸ ਤਰ੍ਹਾਂ ਨਹੀਂ ਸਮਝਾਂਗੇ ਤੇ ਅਸੀਂ ਇਸ ਮੂਵਮੈਂਟ ਨੂੰ ਬਹੁਤ ਛੋਟਾ ਕਰਕੇ ਦੇਖਦੇ ਹੋਵਾਂਗੇ। ਤੁਸੀਂ ਆਪ ਆਪਣੇ ਤੌਰ ਤੇ ਸੋਚ ਕੇ ਦੇਖੋ ਕਿ ਸੁਖਵਿੰਦਰ ਜੀ, ਮੂਵਮੈਂਟ ਤੇ 3 ਕਾਨੂੰਨਾਂ ਲਈ ਸੀ, 3 ਕਾਨੂੰਨ ਵਾਪਸ ਕਰਾਉਣੇ ਆ। ਫਿਰ ਉਹਦੇ ਚ ਟੋਲ ਪਲਾਜ਼ਾ ਕਿੱਥੋਂ ਆ ਗਏ, ਫਿਰ ਉਹਦੇ ਚ ਮਾਲ ਕਿੱਥੋਂ ਆ ਗਈਆਂ, ਫਿਰ ਉਥੋਂ ਅਡਾਨੀ ਦੇ ਗੋਡਾਊਨਸ ਕਿੱਥੋਂ ਆ ਗਏ। ਇਹ ਸਾਰਿਆ ਜਿਹੜੇ ਉੱਥੇ ਉਦੋਂ ਬੰਦ ਕਰਾਉਣ ਦਾ ਕੰਮ ਚੱਲਿਆ, ਇਹਦਾ ਮਤਲਬ ਲੋਕ ਇਸ ਗੱਲ ਦੀ ਮੰਗ ਕਰ ਰਹੇ ਹੈ ਕਿ ਸਾਡੇ ਹੱਕ ਇੱਥੇ ਰੱਖ। ਬਹੁਤ ਚਿਰ ਹੋ ਗਿਆ ਸਾਡੀਆਂ ਤੁਸੀਂ ਖੱਲ ਲਾ ਲਈ ਆ। ਜਿਹੜਾ ਵੀ ਰਾਜਨੀਤਿਕ ਲੋਕ ਆਉਂਦੇ ਆ, ਭਾਵੇਂ ਉਹ ਨੀਲੀ ਬੰਨ ਕੇ ਆਉਣ, ਚਿੱਟੀ ਬੰਨ ਕੇ ਆਉਣ, ਪੀਲੀ ਬੰਨ ਕੇ ਆਉਣ, ਜਿਹੜੇ ਮਰਜ਼ੀ ਆਉਣ, ਟੋਪੀ ਪਾ ਕੇ ਆਉਣ, ਪੱਗ ਬੰਨ ਕੇ ਆਉਣ, ਇਹ ਸਾਰੇ ਦੇ ਸਾਰੇ ਅਲਟੀਮੇਟਲੀ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਜਿਹੜੇ ਸ਼ਬਦ ਵਰਤੇ ਜਾਂਦੇ ਆ ਵੀ ਇਹਨਾਂ ਦਾ ਕੰਮਕਾਰ ਇੱਕੋ ਹੀ ਆ, ਸੱਤਾ ਚਾਉਣਾ ਤੇ ਉਹਦਾ ਦੁਰਉਪਯੋਗ ਕਰਕੇ ਲੋਕਾਂ ਨੂੰ ਕਮਜ਼ੋਰ ਕਰਕੇ ਹੋਰ ਆਪਣੇ ਆਪ ਨੂੰ ਤਕੜਾ ਕਰਨਾ ਤੇ ਅਗਲੀ ਵਾਰ ਨੂੰ ਕੜਿੱਕਾ ਹੋਰ ਮਜ਼ਬੂਤ ਕਰਨਾ ਉਹਨਾਂ ਦੇ ਉੱਪਰ। ਇਸ ਕਿਸਮ ਦੀ ਸੋਚ ਸਾਫ਼-ਸਾਫ਼ ਨਜ਼ਰ ਆ ਰਹੀ ਆ ਆਮ ਲੋਕਾਂ ਦੇ ਪ੍ਰੋਟੈਸਟਾਂ ਵਿੱਚੋਂ। ਇਸੇ ਕਰਕੇ ਉਹਨਾਂ ਕਿਸੇ ਪਾਰਟੀ ਦੇ ਬੰਦੇ ਨੂੰ ਲਾਗੇ ਨਹੀਂ ਲੱਗਣ ਦਿੱਤਾ। ਇਹ ਜਿਹੜੀ ਜਨ ਅੰਦੋਲਨ ਬਣਿਆ ਔਰ ਜਿਹੜੀ ਜਨ ਸ਼ਕਤੀ ਪੈਦਾ ਹੋਈ ਹੈ, ਇਹ ਸ਼ਕਤੀ ਉਹਨਾਂ ਪਾਰਟੀਆਂ ਦੀ ਕੀਮਤ ਤੇ ਪੈਦਾ ਹੋਈ ਹੈ। ਇਸ ਲਈ ਇਹ ਬਹੁਤ ਇੰਪੋਰਟੈਂਟ ਗੱਲ ਹੈ ਕਿ ਕੋਈ ਵੀ ਪਾਰਟੀ ਛੋਟੀ ਵੱਡੀ, ਜਿੱਥੇ ਇੱਕ ਪਾਸਿਓਂ ਉੱਪਰੋਂ ਇਹ ਗੱਲ ਕਹਿ ਰਹੇ ਹੈ ਕਿ ਦੇਖੋ ਜੀ ਅਸੀਂ ਤੇ ਚਾਹੁੰਦੇ ਹਾਂ ਕਿ ਕਿਸਾਨ ਜਿੱਤ ਕੇ ਆਉਣ, ਅਸੀਂ ਤੇ ਬਹੁਤ ਹੇਤੂ ਆ, ਸਾਨੂੰ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਚਿੰਤਾ ਦੇ ਵਿੱਚ। ਅੰਦਰੋਂ ਅੰਦਰੀ ਪ੍ਰਾਈਵੇਟਲੀ ਇਹ ਵੀ ਗੱਲਾਂ ਕਰਦੇ ਆ ਵੀ ਜੇ ਜਿੱਤ ਕੇ ਆ ਗਏ ਤੇ ਸਾਡਾ ਮਾਂਝਾ ਬੜਾ ਲਾਉਣਗੇ, ਫਿਰ ਉਹ ਸਾਨੂੰ ਕਿਤੇ ਇਹ ਜਿਹੜਾ ਦਫ਼ਤਰਾਂ ਦੇ ਵਿੱਚ ਜਾਂ ਹੋਰ ਇੱਕਦਮ ਇਹ ਜੀ ਸਾਡਾ ਪਿੰਡ ਦਾ ਪ੍ਰਧਾਨ ਆ ਰਿਹਾ, ਉਹਦਾ ਹੀ ਦਬਕਾ ਚੱਲਿਆ ਕਰੂ, ਜ਼ਿਲ੍ਹੇ ਦਾ ਵੀ ਨਹੀਂ, ਸੂਬੇ ਦਾ ਵੀ ਨਹੀਂ, ਬਲਾਕ ਦਾ ਵੀ ਨਹੀਂ। ਉਹ ਕਿਹਾ ਕਰਨਗੇ ਸਾਡੇ ਪਿੰਡ ਦਾ ਕਿਸਾਨ ਦਾ ਪ੍ਰਧਾਨ ਹੈ, ਤੁਸੀਂ ਉਹਦੀ ਵੀ ਨਹੀਂ ਸੁਣਦੇ। ਇਹ ਸ਼ਕਤੀ ਪ੍ਰਦਰਸ਼ਨ ਦਾ ਜਿਹੜਾ ਅਸਰ ਆ ਲੋਕਾਂ ਦਾ ਥੱਲੇ ਤੱਕ, ਇੱਕ ਵੋਟਰ ਤੱਕ ਪਹੁੰਚ ਗਿਆ ਔਰ ਇਹ ਆਉਣ ਵਾਲੇ ਸਮੇਂ 'ਚ ਹੋਰ ਪ੍ਰਬਲ ਇਸੇ ਤਰੀਕੇ ਨਾਲ ਹੁੰਦਾ ਰਹੂ, ਜਿਹਦਾ ਰਿਜ਼ਲਟ ਸਾਨੂੰ ਹਰਿਆਣੇ 'ਚ ਦੇਖਣ ਨੂੰ ਮਿਲਿਆ। ਹੁਣ ਜਿੱਥੇ ਮੋਰਚਾਬੰਦੀ ਉੱਥੇ ਦਿੱਲੀ ਦੀ ਘਿਰਾਓ ਦੇ ਜਿਹੜਾ ਚਾਰੇ ਪਾਸੇ ਉਹ ਘੇਰ ਕੇ ਕੀਤੀ ਹੋਈ ਹੈ, ਸ਼ਹਿਰਾਂ ਦੇ ਵਿੱਚ ਜਾਂ ਜ਼ਿਲ੍ਹਿਆਂ ਦੇ ਵਿੱਚ ਥੱਲੇ ਹਰਿਆਣੇ 'ਚ ਦੇਖਣ ਨੂੰ ਇਹ ਮਿਲਿਆ ਕਿ ਅੱਜ ਦੀਆਂ ਖਬਰਾਂ ਹੈ ਕਿ ਕਾਰ ਚੋਰੀ ਹੋ ਗਈ ਜੀ। ਉਹ 200 ਬੰਦਾ ਕਿਸਾਨ ਗਿਆ, ਡੀਸੀ ਦਾ ਕੀਤਾ ਜੀਂਦ ਵਿੱਚ ਘਿਰਾਓ। ਦਿਓ ਜੀ, ਉਹ ਕਿੱਥੇ ਕਰਕੇ ਕੌਣ ਲੈ ਕੇ ਗਿਆ ਸਾਨੂੰ ਹੁਣੇ ਦੱਸੋ। ਤੁਸੀਂ ਕਾਹਦੇ ਲਈ ਇੱਥੇ ਇੰਨੀਆਂ ਵਰਦੀਆਂ ਪਾ ਕੇ ਬੈਠੇ ਆ? ਨੂੰ ਕਹਿੰਦੇ ਆ ਜਾ ਕੇ ਕਾਰ ਲੱਭੋ। ਤੁਸੀਂ ਇੱਥੇ ਬੈਠੇ ਆ ਥਾਣਿਆਂ ਦੇ ਅੰਦਰ ਲੋਕਾਂ ਦੀਆਂ ਝੂਠੀਆਂ ਸੱਚੀਆਂ ਰਿਪੋਰਟਾਂ ਲਿਖਣ ਲਈ। ਇਸੇ ਤਰੀਕੇ ਨਾਲ ਕੋਈ ਬੰਦਾ ਗੁੰਮ ਹੋ ਗਿਆ 26 ਜਨਵਰੀ ਜਦੋਂ ਪ੍ਰੋਟੈਸਟ ਹੋਇਆ ਸੀ, ਉਹ ਕਹਿੰਦੇ ਜੀ ਬੰਦਾ ਲੱਭ ਕੇ ਦਿਓ ਨਹੀਂ ਤੇ ਤੁਹਾਨੂੰ ਗੁੰਮ ਕਰਾਂਗੇ। ਇਹ ਜਿਹੜੀ ਚੇਤਨਾ ਪੈਦਾ ਹੋਈ ਆ, ਰਾਜਨੀਤਿਕ ਚੇਤਨਾ ਔਰ ਇੱਕ ਸਵੈ ਅਭਿਮਾਨ ਦੀ, ਸੈਲਫ ਰਿਸਪੈਕਟ ਦੀ ਜ਼ਿੰਦਗੀ ਜੀਣਾ ਸਿਟੀਜ਼ਨ ਵੱਲੋਂ, ਇਹ ਦੇਣਾ, ਇਹਨੂੰ ਪ੍ਰੋਟੈਕਟ ਕਰਨਾ ਤੇ ਸਰਕਾਰਾਂ ਦਾ ਫਰਜ਼ ਹੁੰਦਾ।
ਸਰਕਾਰਾਂ ਦਾ ਮਤਲਬ ਹੀ ਇਹ ਹੈ ਕਿ ਸਾਡੇ ਸਿਟੀਜ਼ਨ ਨੂੰ ਤੱਤੀਵਾਹ ਨਾ ਲੱਗੇ। ਇਹ ਇਹਨਾਂ ਨੇ ਬਣਾ ਕੀ ਲਿਆ ਕਿ ਅਸੀਂ ਰਾਜੇ ਆ, ਇਹ ਪਬਲਿਕ ਆ, ਅਸੀਂ ਜੇ ਇਹਨਾਂ ਦਾ ਚੰਮ ਨਾ ਲਾਇਆ, ਰੋਜ਼ ਕਿਸੇ ਨਾ ਕਿਸੇ ਕੋਈ ਪੁੱਠਾ ਸਿੱਧਾ ਕਾਨੂੰਨ ਬਣਾ ਕੇ ਜੇਲ੍ਹ 'ਚ ਦੇ ਕੇ ਆਵਾਜ਼ ਨੂੰ ਵੀ ਇਹਨਾਂ ਦੀ ਨੂੰ ਨਾ ਦਬਾਇਆ, ਜਿਹੋ ਜਿਹਾ UAPA ਜਾਂ ਹੋਰ ਕਾਨੂੰਨ ਬਣਾਏ ਆ ਪਿੱਛੇ, ਤਾਂ ਫਿਰ ਸਾਡਾ ਰਾਜ ਕਰਨ ਦਾ ਫਾਇਦਾ ਕੀ ਹੈ? ਸਾਡੀ ਜੇ ਹੈਂਕੜ ਜਾਂ ਧੌਂਸ ਹੀ ਨਾ ਚੱਲੀ ਤਾਂ ਫਿਰ ਇਹ ਕਾਹਦਾ ਰਾਜ? ਇਹਨਾਂ ਦੇ ਸਾਡੇ ਜਿਹੜੇ ਰਾਜਨੀਤਿਕ ਲੋਕ ਅਜੇ ਵੀ ਇਹਨਾਂ ਦੇ ਮਨ ਵਿੱਚ ਉਹ ਜਿਹੜੇ ਸਲੇਵ ਮਾਸਟਰ ਹੁੰਦੇ ਸੀ, ਜਿਹੜਾ ਗੁਲਾਮਦਾਰੀ ਸਿਸਟਮ ਦੇ ਮਾਲਕ ਹੁੰਦੇ ਸੀ ਲੋਕਾਂ ਦੇ, ਇੱਕ ਤੇ ਇਹੋ ਜਿਹੀ ਬਿਰਤੀ, ਜਾਂ ਜਿਸ ਤਰ੍ਹਾਂ ਮਹਾਰਾਜਾ ਪਟਿਆਲਾ, ਨਾਭਾ, ਜੀਂਦ, ਜਿਸ ਤਰ੍ਹਾਂ ਮਹਾਰਾਜਿਆਂ ਦਾ ਜੀਵਨ ਸੀਗਾ। ਆ ਮਹਾਰਾਜਾ ਦਾ ਪਟਿਆਲਿਆਂ ਦਾ ਤੇ ਸਾਇਨ ਸਾਡਾ ਚੀਫ ਮਿਨਿਸਟਰ ਹੈ ਹੀ ਆ ਜਿਹੜਾ। ਇਹਨਾਂ ਦੀ ਬਿਰਤੀ ਅਜੇ ਵੀ ਡੈਮੋਕ੍ਰੈਟਿਕ ਨਹੀਂ ਹੈ, ਰਾਜਿਆਂ ਵਾਲੀ ਹੈ। ਉਹਦੇ ਚੋਂ ਬਾਹਰ ਆਉਣਾ ਬੜਾ ਜ਼ਰੂਰੀ ਹੈ। ਜਾਂ ਫਿਰ ਮੈਂ ਤੇ ਕਹਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹ ਸ਼ਕਤੀ ਰਾਜਨੀਤਿਕ ਲੋਕਾਂ ਦੀ ਕੀਮਤ ਤੇ ਲੋਕਾਂ ਕੋਲ ਗਈ ਹੈ, ਲੋਕੀ ਆਪਣੇ ਅਧਿਕਾਰ ਤੇ ਸ਼ਕਤੀ ਨੂੰ ਪਛਾਣ ਕੇ ਹੁਣ ਆਪਣੇ ਛੋਟੇ ਛੋਟੇ ਰੋਜ਼ਮਰਾ ਦੇ ਜਿਹੜੇ ਪਿੰਡਾਂ 'ਚ ਝਗੜੇ, ਜ਼ਿਲ੍ਹਿਆਂ ਦੇ ਝਗੜੇ, ਤਹਿਸੀਲਾਂ 'ਚ ਝਗੜੇ, ਹੋਰ ਝਗੜੇ ਜਿੱਥੇ ਜਿੱਥੇ ਵੀ ਹੋਇਆ ਕਰਨਗੇ, ਉਹ ਕਹਿਣਗੇ ਖਬਰਦਾਰ, ਸਾਡਾ ਆ ਗਿਆ ਪ੍ਰਧਾਨ ਸਾਹਿਬ ਆ ਗਏ ਆ ਝੱਡੀ ਲਾ ਕੇ ਕਿਸਾਨ ਸਭਾ ਦੀ ਜਾਂ ਆਪਣੇ ਕਿਸੇ ਵੀ BKU ਦੀ, ਤੁਸੀਂ ਇਹਨਾਂ ਸਾਹਮਣੇ ਵੀ ਬੋਲਦੇ ਆ। ਇਹ ਕੌਣ ਹੁੰਦੇ? ਜਾਨੀ ਇੱਕ DCਆਂ ਦੇ ਜਾਂ ਤੰਤਰ ਦੇ ਬਰਾਬਰ ਦਾ ਇੱਕ ਨਵੀਂ ਸ਼ਕਤੀ ਜਿਹੜੀ ਹੈ ਉਹ ਉੱਭਰ ਕੇ ਸਾਹਮਣੇ ਆ ਰਹੀ ਹੈ। ਹਰਿਆਣੇ 'ਚ ਸਾਫ਼-ਸਾਫ਼ ਨਜ਼ਰ ਆ ਰਹੀ ਹੈ, ਪੰਜਾਬ 'ਚ ਵੀ ਹੈ, ਪੰਜਾਬ 'ਚ ਉਦੋਂ ਪਹਿਲਾਂ ਹੀ ਸੀਗੀ। ਇਹ ਸ਼ਕਤੀ ਜਿਹੜੀ ਇਸ ਨੂੰ ਮਜ਼ਬੂਤ ਕਰਨਾ, ਇਸ ਨੂੰ ਹੋਰ ਇੱਕ ਲੰਬੇ ਦੌਰ ਦੇ ਵਿੱਚ ਕਿਵੇਂ ਕਾਇਮ ਰੱਖਣਾ, ਉਹਦੇ ਲਈ ਸੋਚਣਾ ਇਹ ਕਿਸਾਨਾਂ ਦਾ ਵੀ ਫਰਜ਼ ਬਣਦਾ ਤੇ ਹੋਰਨਾਂ ਦਾ। ਪ੍ਰੋਫੈਸਰ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਅਸੀਂ ਸ਼ਕਤੀ ਦੀ, ਇੱਕ ਤਾਕਤ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਕਹਿੰਦੇ ਹਾਂ ਕਿ ਹੁਣ ਇਕਜੁੱਟ ਹੋ ਰਹੇ ਨੇ, ਕਿਸਾਨ ਇਕਜੁੱਟ ਹੋ ਰਹੇ ਨੇ, ਲੋਕ ਇਕਜੁੱਟ ਹੋ ਰਹੇ ਨੇ, ਸਮਝ ਰਹੇ ਨੇ ਕਿ ਸਾਡੀ ਤਾਕਤ ਕੀ ਹੈ, ਜੇ ਕੱਲ ਨੂੰ ਇਸ ਤਾਕਤ ਦੀ ਦੁਰਵਰਤੋਂ ਹੋ ਗਈ ਫਿਰ ਕੌਣ ਜ਼ਿੰਮੇਵਾਰ ਹੋਵੇਗਾ? ਚਾਹੀਦਾ ਇਹ ਨਹੀਂ ਕਿ ਇਹਨੂੰ ਇੱਕ ਦਾਇਰੇ ਦੇ ਵਿੱਚ ਰੱਖ ਲਿਆ ਜਾਵੇ। ਦੇਖੋ, ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਅਸੀਂ ਕਿਤਾਬਾਂ 'ਚ ਪੜ੍ਹਦੇ ਹਾਂ ਜਾਂ ਸਾਡਾ ਮਨ ਸੋਚਦਾ ਆ, ਧਰਾਤਲ ਦੇ ਵਿੱਚ ਚੀਜ਼ਾਂ ਉਂਝ ਵਾਪਰਦੀਆਂ ਨੇ। ਮੈਂ ਮਜ਼ਾਕ ਦੇ ਵਿੱਚ ਕਈ ਵਾਰੀ ਕਹਿੰਦਾ ਨਾ, ਜਿਹੋ ਜਿਹਾ ਸ਼ਾਦੀ ਤੋਂ ਪਹਿਲਾਂ ਤੁਸੀਂ ਸੁਪਨਾ ਆਪਣੀ ਬੀਵੀ ਦਾ ਜਾਂ ਜਿਸ ਦਾ ਵੀ ਬਿਲਵਡ ਦਾ ਲਿਆ ਹੁੰਦਾ, ਉਹ ਤੁਹਾਡੇ ਦਿਮਾਗ 'ਚ ਹੀ ਸਾਰੀ ਉਮਰ ਰਹਿ ਜਾਂਦਾ ਤੇ ਨਾਲ ਹੀ ਚਲੇ ਜਾਂਦਾ, ਧਰਤੀ ਤੇ ਮਿਲਦਾ ਕਦੀ ਨਹੀਂ। ਸ਼ਾਦੀ ਤੋਂ ਬਾਅਦ ਫੱਟ ਦੇਣੀ ਪਤਾ ਲੱਗ ਜਾਂਦਾ ਕਿ ਅਸਲੀਅਤ ਕੀ ਹੁੰਦੀ ਆ। ਇਸ ਲਈ ਜਿਹੜੀ ਅਸਲੀ ਜੀਵਨ ਆ ਉਹ ਬਿਲਕੁਲ ਹੀ ਸੁਪਨਿਆਂ ਨਾਲੋਂ ਅਲੱਗ ਹੁੰਦਾ, ਬਿਲਕੁਲ ਅਲੱਗ ਨਹੀਂ ਹੁੰਦਾ, ਪਰ ਉਹ ਇੱਕ ਉਹਦੇ ਤਜਰਬੇ ਹੋਰ ਕਿਸਮ ਦੇ ਹੁੰਦੇ। ਉਹਦੇ 'ਚ ਉਤਾਰ ਚੜ੍ਹਾਅ ਵੀ ਹੋਊ, ਉਹਦੇ 'ਚ ਮਾਰਾਮਾਰੀ ਵੀ ਹੋਊ, ਉਹਦੇ 'ਚ ਗਲਤੀਆਂ ਵੀ ਹੋਣਗੀਆਂ, ਬੜੀਆਂ ਵੱਡੀਆਂ ਬਲੰਡਰ ਵੀ ਹੋਣਗੀਆਂ, ਹਾਰਾਂ ਵੀ ਹੋਣਗੀਆਂ, ਜਿੱਤਾਂ ਵੀ ਹੋਣਗੀਆਂ। ਇਹ ਇੰਝ ਸਮਾਜ ਚੱਲਦਾ, ਇੰਝ ਹੀ ਮੂਵਮੈਂਟਸ ਚੱਲਦੀਆਂ। ਇਸ ਡਰ ਦੇ ਮਾਰੇ ਕਿ ਕੱਲ੍ਹ ਨੂੰ ਕੀ ਹੋਊਗਾ ਉਹਦੇ ਤੋਂ ਨਹੀਂ ਡਰਨਾ ਚਾਹੀਦਾ। ਪਰ ਤੁਹਾਡਾ ਸਵਾਲ ਬਹੁਤ ਅਹਿਮ ਹੈ, ਉਹ ਇਸ ਲਈ ਕਿ ਇਸ ਨੂੰ ਇੱਕ ਚੰਗਾ ਸਵਾਰਿਆ ਹੋਇਆ ਰੂਪ ਦੇਣ ਲਈ ਕੀ ਕਰਨਾ ਚਾਹੀਦਾ। ਇੱਕ ਤਰੀਕਾ ਹੈ ਕਿ ਰਾਜਨੀਤਿਕ ਪਾਰਟੀ ਬਣਾਈ ਜਾਏ ਜਾਂ ਇੱਕ ਸਾਂਝਾ ਢਾਂਚਾ ਇਹੋ ਜਿਹਾ ਲਗਾਤਾਰਤਾ ਬਣੇ, ਉਹਦੀ ਇੱਕ ਕੋਈ ਸਿਸਟਮ ਬਣ ਜੇ। ਇਹ ਅਜੇ ਬੜਾ ਅਰਲੀ ਹੈ ਅਜੇ, ਪਰ ਆਉਣ ਵਾਲੇ ਸਮੇਂ 'ਚ ਜ਼ਰੂਰ ਹੋਊਗਾ, ਕਰਨਾ ਵੀ ਚਾਹੀਦਾ ਕਿ ਇੱਕ ਪੈਰਲਲ, ਭਾਵੇਂ ਇੱਕ ਜਿਹਨੂੰ ਸ਼ੈਡੋ ਗਵਰਨਮੈਂਟ ਕਹਿੰਦੇ ਆ, ਸ਼ੈਡੋ ਗਵਰਨਮੈਂਟ ਚੱਲੇ। ਮੈਂ ਰੋਜ਼ ਕੋਈ ਨਾ ਕੋਈ ਆਈਡੀਆ ਛੱਡਿਆ ਕਰੂੰਗਾ ਤਾਂ ਕਿ ਲੋਕ ਆਪਣੇ ਤੌਰ ਦੇ ਉੱਤੇ ਇਹਨਾਂ ਚੀਜ਼ਾਂ ਤੇ ਸੋਚਣ। ਜੇ ਹੁਣ ਪੰਚਾਇਤ ਕਿਸੇ ਨੇ ਧੱਕੇ ਨਾਲ, ਅਕਾਲੀਆਂ ਨੇ ਜਾਂ ਕਾਂਗਰਸ ਨੇ ਆਪਣੇ ਲਾਕੜੀਆਂ ਦੀ ਬਣਾ ਲਈ ਹੈ, ਸ਼ੈਡੋ ਪੰਚਾਇਤ ਬਣਾਓ, ਪਿੰਡ ਦੀ ਗ੍ਰਾਮ ਸਭਾ ਇਕੱਠੀ ਕਰੋ, ਤੇ ਤੁਸੀਂ ਆਪ ਕਰ ਸਕਦੇ ਆ ਨਾ। ਉਹਦੇ 'ਚ ਸਰਕਾਰ ਦੀ ਜ਼ਿੰਮੇਵਾਰੀ ਤਾਂ ਲੈਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਪਣੀ ਸ਼ਕਤੀ ਨੂੰ ਆਪ ਤਕੜਾ ਕਰੋ, ਗ੍ਰਾਮ ਸਭਾ ਕਰੋ, ਮੁਹੱਲਾ ਸਭਾ ਸ਼ਹਿਰਾਂ 'ਚ ਕਰੋ, ਆਪਣੀ ਪੈਰਲਲ ਇੱਕ ਗਵਰਨਮੈਂਟ ਬਣਾਓ ਛੋਟੇ ਲੈਵਲ ਤੇ। 29 ਡਿਪਾਰਟਮੈਂਟ ਪਿੰਡਾਂ 'ਚ ਤੇ 18 ਜਾਂ 19 ਮਹਿਕਮੇ ਤੁਹਾਨੂੰ ਸ਼ਹਿਰਾਂ 'ਚ ਮਿਲਣੇ ਆ, ਕਾਨੂੰਨਨ ਸੰਵਿਧਾਨ 'ਚ ਲਿਖੇ ਹੋਏ ਆ। ਉਹ ਮਹਿਕਮੇ ਆਪਣੇ ਹੱਥਾਂ 'ਚ ਕਰੋ। ਜਿਹੜੀ ਸ਼ੈਡੋ ਗਵਰਨਮੈਂਟ ਹੋਵੇ, ਇੱਕ ਸਰਪੰਚ ਆ, ਹੋਰ ਆ। ਸ਼ੈਡੋ ਗਵਰਨਮੈਂਟ ਦਾ ਮਤਲਬ ਲੋਕਲ ਬਾਡੀਜ਼, ਛੋਟੇ ਲੈਵਲ ਦੀਆਂ ਛੋਟੀਆਂ ਸਰਕਾਰਾਂ ਪੈਰਲਲ ਤੁਸੀਂ ਆਪ ਚੁਣ ਕੇ ਖੜੀਆਂ ਕਰੋ, ਜਿਹੜੀਆਂ ਚੁਣੀ ਹੋਈ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਕਿ ਤੁਸੀਂ ਕੌਣ ਹੁੰਦੇ ਆ ਬਈ। ਜਾ ਕੇ ਆਹ ਸਾਡੀ ਚੁਣੀ ਹੋਈ ਪਾਪੂਲਰ ਸਰਕਾਰ ਹੈ, ਉਹਨਾਂ ਦੀ ਜ਼ਿਆਦਾ ਸ਼ਕਤੀ ਹੋਊਗੀ ਚੁਣੀ ਹੋਣ ਨਾਲੋਂ ਵੀ, ਕਿਉਂਕਿ ਚੁਣੀ ਹੋਈ ਦੇ ਵਿੱਚ ਪੈਸਾ, ਦਾਰੂ, ਕਈ ਕੁਛ ਜਾਂਦਾ। ਇਸ ਲਈ ਇਹ ਜਿਹੜਾ ਤਰੀਕੇ, ਤਜਰਬੇ ਸਾਨੂੰ ਭਾਰਤ ਵਿੱਚ ਪੂਰੀ ਦੁਨੀਆ ਦੀ ਡੈਮੋਕ੍ਰੇਸੀ ਨੂੰ ਦੇਣੇ ਚਾਹੀਦੇ ਆ। ਕਿਉਂ ਇੱਥੋਂ ਇਹ ਤਜਰਬੇ ਕਿਉਂ ਹੋ ਸਕਦੇ ਆ? ਕਿਉਂਕਿ ਪਿੰਡ ਸਾਡੇ ਕੋਲ ਹੀ ਆ। ਜਾਂ ਅਫਰੀਕਾ 'ਚ ਹੋਣਗੇ ਜਾਂ ਲੈਟਨ ਅਮਰੀਕਾ 'ਚ ਹੋਣਗੇ। ਪਿੰਡ ਤੇ ਹੋਰ ਕਿਤੇ ਰਹੇ ਹੀ ਨਹੀਂ, ਸਾਰੇ ਯੂਰਪ 'ਚ ਨਹੀਂ ਰਹੇ, ਰਸ਼ੀਆ 'ਚ ਨਹੀਂ ਰਹੇ, ਚੀਨ 'ਚ ਥੋੜੇ ਬਹੁਤ ਹੋਣਗੇ। ਇਹ ਤਜਰਬੇ ਚੀਨ 'ਚ ਵੈਸੇ ਤੁਸੀਂ ਇਹ ਤਜਰਬੇ ਨਹੀਂ ਕਰ ਸਕਦੇ, ਕਿਉਂਕਿ ਉੱਥੇ ਇਹੋ ਜਿਹੀ ਡੈਮੋਕ੍ਰੇਸੀ ਹੈ ਨਹੀਂ। ਜਿੱਥੇ ਸਾਨੂੰ ਜਿੰਨੇ ਅਧਿਕਾਰ ਸੰਵਿਧਾਨ 'ਚ ਮਿਲੇ ਹੈ, ਉਸ ਨੂੰ ਆਪਾਂ
ਮੱਦੇਨਜ਼ਰ ਰੱਖ ਕੇ ਉਹਦੀ ਵਰਤੋਂ ਕਰਕੇ ਅਸੀਂ ਲੋਕਾਂ ਦੀ ਆਵਾਜ਼ ਨੂੰ ਹੋਰ ਪ੍ਰਬਲ ਕਿਵੇਂ ਕਰੀਏ, ਲੋਕਾਂ ਦੀ ਏਕਾ ਤੇ ਸਸ਼ਕਤੀਕਰਨ ਕਿਵੇਂ ਹੋਵੇ, ਉਹਦੇ ਲਈ ਲਗਾਤਾਰ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ। ਤੇ ਇੱਕ ਤਰੀਕਾ ਇਹ ਹੈ ਕਿ ਥੱਲਿਓਂ ਧਰਾਤਲ ਤੋਂ ਸ਼ੁਰੂ ਕਰਕੇ ਅਸੀਂ ਪੈਰਲਲ ਗਵਰਨਮੈਂਟ ਸਟੇਟ ਲੈਵਲ ਦੀ ਵੀ ਬਣਾ ਸਕਦੇ ਹਾਂ, ਜ਼ਿਲ੍ਹਾ ਪ੍ਰੀਸ਼ਦ ਦੇ ਲੈਵਲ ਦੀ ਵੀ ਅਸੀਂ ਪੈਰਲਲ ਆਪਣੀ ਬਾਡੀ ਜਿਹੜੀ ਬਣਾ ਸਕਦੇ ਹਾਂ, ਜਿਹੜੀ ਪਾਪੂਲਰ ਹੋਵੇ, ਜਿਹਨੂੰ ਮੈਂਡੇਟ ਇਹੋ ਜਿਹੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦਾ ਹੋਵੇ, ਸਾਰੀਆਂ ਜਥੇਬੰਦੀਆਂ ਦਾ ਹੋਵੇ। ਦੂਜੀ ਗੱਲ ਆਪਾਂ ਇਹ ਵੀ ਕਰ ਸਕਦੇ ਹਾਂ, ਜਿਹੜੀ ਤੁਸੀਂ ਸਸਟੇਨੇਬਿਲਿਟੀ ਦੀ ਗੱਲ ਕਰਦੇ ਆ, ਕਿ ਲਗਾਤਾਰ ਇੱਕ ਆਪਣੀ ਸੋਸ਼ਲ ਆਡਿਟਿੰਗ ਹੋਏ, ਕਿ ਇਹਨਾਂ ਲੋਕਾਂ ਦੀ ਉਹੀ ਬਾਡੀ ਜਿਹੜੀ ਪੈਰਲਲ ਹੋਵੇ, ਇਹਨਾਂ ਦੀ ਸੋਸ਼ਲ ਆਡਿਟਿੰਗ ਕਰੇ ਵੀ ਸਾਨੂੰ ਲਿਆਓ ਕਾਗਜ਼ ਪੱਤਰੀ ਜੀ ਲਿਆ ਕੇ, ਜਿਹੜਾ ਸੈਕਟਰੀ ਝੋਲਾ ਜਿਹਾ ਚੁੱਕੀ ਫਿਰਦਾ ਪੰਚਾਇਤ ਦਾ, ਰੋਜ਼ ਝੂਠੇ ਇੱਧਰ ਉੱਧਰ ਦੇ ਬਿੱਲ ਬੁੱਲ ਪਾ ਕੇ ਆਪਣਾ ਕੰਮ ਚਾਰੀ ਜਾਂਦਾ, ਇਹ ਸਾਨੂੰ ਦਿਖਾਓ ਕਿਹਦਾ ਕੀ ਹੈ ਤੁਹਾਡੇ ਕੋਲ। ਉਹਦੀ ਸ਼ਕਤੀ ਇੰਨੀ ਹੋਵੇ ਕਿ ਇੱਕਦਮ ਸਾਰੇ ਬਿੱਲ ਸੋਸ਼ਲ ਆਡਿਟਿੰਗ ਕਹਿੰਦੇ ਆ, ਇਹਦੀ ਨਾਰਮਲ ਆਡਿਟਿੰਗ, ਏਜੀ ਦੀ ਆਡਿਟਿੰਗ ਤੇ ਬਾਅਦ ਚ ਹੋਊਗੀ ਉੱਥੇ, ਤਾਂ ਕਿ ਹਰ ਇੱਕ ਦੀ ਜਵਾਬਦੇਹੀ ਤੇ ਹੋਵੇ। ਇਸੇ ਲਈ ਮੈਂ ਕਹਿੰਦਾ ਆ, ਆਉਣ ਵਾਲੀ ਜਿਹੜੀ ਲੜਾਈ ਹੈ 2022 ਦੀ, ਘੱਟੋ ਘੱਟ 5 ਸੂਬਿਆਂ ਚ ਤੇ ਇਸ ਧਾਰਾ ਤੇ ਹੋਣੀ ਚਾਹੀਦੀ ਆ, ਜਵਾਬ ਦਿਓ, ਹਿਸਾਬ ਦਿਓ। ਲਗਾਤਾਰ ਇਸ ਹਰ ਬੰਦੇ ਨੂੰ ਪੁੱਛਣਾ ਚਾਹੀਦਾ ਕਿ ਜਵਾਬ ਦਿਓ, ਹਿਸਾਬ ਦਿਓ। ਮੈਂ ਨਿੱਕੀ ਗੱਲ ਇੱਕ ਕਹਿ ਕੇ ਗੱਲ ਖਤਮ ਕਰਦਾ, ਜਿਹੜੇ ਵੀ ਲੀਡਰ ਆਉਣ ਐਸ ਆਉਣ ਵਾਲੀਆਂ ਚੋਣਾਂ ਚ, ਅੱਜ ਸਵੇਰੇ ਸਾਡੀ ਮੀਟਿੰਗ ਹੋ ਰਹੀ ਸੀ, ਉਹਦੇ ਚ ਇਹ ਬੜੇ ਆਈਡੀਆ ਆਏ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਬੜੇ ਸੀਨੀਅਰ ਜਰਨਲਿਸਟ ਆਏ ਹੋਏ ਸੀ, ਉਹ ਕਹਿੰਦੇ ਕਿ ਭਾਵੇਂ ਕੋਈ ਐਮਐਲਏ ਹੋਵੇ, ਭਾਵੇਂ ਕੋਈ ਹੋਰ ਜ਼ਿਲ੍ਹਾ ਪ੍ਰੀਸ਼ਦ ਦੇ ਅਧਿਕਾਰੀ ਹੋਣ, ਭਾਵੇਂ ਪੰਚਾਇਤਾਂ ਦੇ ਸਰਪੰਚ ਹੋਣ, ਉਹਨਾਂ ਨੂੰ ਸਰਕਾਰ ਵੱਲੋਂ ਗੱਡੀਆਂ ਪੈਰਾਫਰਨੇਲੀਆ ਕਿਉਂ ਦਿੱਤਾ ਜਾਂਦਾ? ਸਰਕਾਰੀ ਗੱਡੀਆਂ ਹੈ ਨਾ, ਸਰਕਾਰੀ ਬੱਸਾਂ ਹੈ ਨਾ, ਏਸੀ ਬੱਸਾਂ ਵੀ ਹੈ, ਉਹਨਾਂ ਨੂੰ ਉੱਥੇ ਫ੍ਰੀ ਬਹਿਣ ਲਈ ਜਾ ਕੇ ਦਿੱਤਾ ਜਾਊ। ਜਿਹਨੇ ਗੱਡੀਆਂ ਤੇ ਝੂਕੂ ਕੁਝ ਹੋਰ ਵਰਤਣਾ, ਉਹ ਆਪਣਾ ਪੈਟਰੋਲ ਪਾਵੇ ਤੇ ਆਪਣੀ ਗੱਡੀ ਲਵੇ। ਜਦੋਂ ਉਹਨਾਂ ਦੇ ਬੱਚੇ ਜਿਹੜੇ ਸਾਰਿਆਂ ਦੇ ਜਿਹੜੇ ਸਰਕਾਰੀ ਤਨਖਾਹਾਂ ਲੈਂਦੇ, ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਆਇਆ 4 ਸਾਲ ਪਹਿਲਾਂ ਦਾ, ਜਿਨ੍ਹਾਂ ਦੇ ਉਹ ਸਰਕਾਰੀ ਕਾਲਜਾਂ ਚ ਪੜ੍ਹਨ, ਸਰਕਾਰੀ ਸਕੂਲਾਂ ਚ ਪੜ੍ਹਨ, ਬਿਲਕੁਲ ਉਹਨਾਂ ਨੂੰ ਇਜਾਜ਼ਤ ਨਾ ਹੋਵੇ, ਜੇ ਤੁਸੀਂ ਸਰਕਾਰੀ ਤਨਖਾਹਾਂ ਲੈ ਰਹੇ ਆ ਤੇ ਇੱਥੇ ਰਹੋ। ਇਹਨਾਂ ਨੂੰ ਸੁਧਾਰੋ। ਤੁਸੀਂ ਆਪ ਤੇ ਆਪਣੇ ਪੈਸੇ ਲੈ ਕੇ, ਸਰਕਾਰੀ ਟੀਚਰ ਹੀ ਆਪਣੇ ਬੱਚੇ ਨੂੰ ਉਸ ਸਕੂਲ 'ਚ ਨਹੀਂ ਪੜਾਉਂਦਾ, ਪ੍ਰਾਈਵੇਟ 'ਚ ਪੜਾਉਂਦਾ, ਇਹ ਧਾਂਦਲੀ ਨਹੀਂ, ਧੋਖਾ ਨਹੀਂ? ਇਹ ਕੰਮ ਬੰਦ ਹੋਵੇ। ਇਸੇ ਤਰੀਕੇ ਨਾਲ ਜੇ ਕਿਸੇ ਨੇ ਪ੍ਰਾਈਵੇਟ ਹਸਪਤਾਲ ਤੋਂ ਆਪਣਾ ਜਾ ਕੇ ਇਲਾਜ ਕਰਾਉਣਾ ਤੇ ਉਹ ਆਪਣੇ ਪੈਸੇ ਖਰਚੇ। ਸਰਕਾਰੀ ਹਸਪਤਾਲ 'ਚ ਹਰ ਸਰਕਾਰੀ EMPLOYE ਨੂੰ, ਭਾਵੇਂ ਉਹ MLA ਆ, ਭਾਵੇਂ DC ਹੈ, ਭਾਵੇਂ ਉਹ SSP ਆ, ਭਾਵੇਂ DGP ਹੈਗਾ, ਭਾਵੇਂ IAS ਦੇ ਚੀਫ ਸੈਕਟਰੀ ਹੈਗਾ, ਸਰਕਾਰੀ ਸੰਸਥਾਨਾਂ 'ਚ ਉਹਨਾਂ ਨੂੰ ਫ੍ਰੀ ਸਾਰਾ ਕੁਝ ਮਿਲੂਗਾ। ਪ੍ਰਾਈਵੇਟ 'ਚੋਂ ਆਪਣਾ ਕਰਨਗੇ, ਕੋਈ ਬਿੱਲ ਕੈਸ਼ ਨਹੀਂ ਹੋਊਗਾ। ਪਤਾ ਲੱਗ ਜੂ, ਨਾਨੀ ਚੇਤੇ ਆ ਜੂ ਨਾ ਕਿ ਕਿਵੇਂ ਆਪਾਂ ਸਿਸਟਮ ਨੂੰ ਸੁਧਾਰਨਾ। ਇਸ ਗੱਲ ਦੀਆਂ ਮੰਗਾਂ, ਇਹ ਗੱਲ ਦਾ ਏਜੰਡਾ ਇਸ ਚੋਣਾਂ 'ਚ ਵੀ ਹੋਣਾ ਚਾਹੀਦਾ, ਤਾਂ ਹੀ ਇਹ ਜਿਹੜੀ ਲੋਕ ਸ਼ਕਤੀ ਤੁਹਾਡਾ ਸਵਾਲ ਆ, ਉਹਦੀ ਜਵਾਬਦੇਹੀ ਤੈਅ ਹੋ ਜੂਗੀ। ਬਿਲਕੁਲ ਬਿਲਕੁਲ। ਪ੍ਰੋਫੈਸਰ ਸਾਹਿਬ, ਅਗਲੀ ਗੱਲ ਕਿ ਨਤਾਸ਼ਾ ਨਰਵਾਲ, ਉਹਦੇ ਨਾਲ ਜਿੰਨੇ ਹੋਰ ਸਾਥੀ ਸਟੂਡੈਂਟ ਨੇ, ਉਹਨਾਂ ਨੂੰ ਜਿਹੜਾ ਯੂਆਪਾ ਤਹਿਤ ਗ੍ਰਿਫਤਾਰ ਕੀਤਾ ਸੀ, ਹਾਈ ਕੋਰਟ ਦੇ ਕਹਿਣ ਤੇ ਵੀ ਉਹਨਾਂ ਨੂੰ ਹਾਲੇ ਤੱਕ ਜ਼ਮਾਨਤ ਨਹੀਂ ਦਿੱਤੀ ਗਈ। ਕਿੱਦਾਂ ਦੇਖਦੇ ਹੋ ਕਿ ਕੋਈ ਅੰਦੋਲਨਾਂ ਦਾ ਜਾਂ ਲੋਕਾਂ ਦੀ ਤਾਕਤ ਦਾ ਡਰ ਬਣਿਆ ਹੋਇਆ ਕਿ ਜੇ ਉਹ ਬਾਹਰ ਆਉਣਗੇ, ਕਿਤੇ ਇਹ ਨਾ ਹੋਵੇ ਕਿ ਸਰਕਾਰ ਨੂੰ ਬਾਜ਼ੀ ਪੁੱਠੀ ਪੈ ਜੇ, ਹਾਈ ਕੋਰਟ ਦਾ ਹੁਕਮ ਵੀ ਨਹੀਂ ਮੰਨਿਆ ਜਾ ਰਿਹਾ? ਦੇਖੋ, ਬੇਇੱਜ਼ਤੀ ਹੋ ਗਈ ਬਹੁਤ, ਔਰ ਸੈਂਟਰ ਦੀ ਸਰਕਾਰ ਨੂੰ ਇਸ ਗੱਲ ਦਾ ਸ਼ੰਕਾ ਹੋ ਗਿਆ ਕਿ ਜਿਹੜਾ NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਬਣਾਈ ਹੈ, ਜਿਹੜੀ UAPA ਵਰਗੇ ਕੇਸਾਂ ਨੂੰ ਸਾਰਿਆਂ ਨੂੰ ਕਰਦੀ ਹੈ, ਉਹ ਸਾਰੇ ਖਟਾਰੇ 'ਚ ਨਾ ਪੈ ਜਾਣ। ਇਹ ਤੇ ਬੜੇ ਵੱਡੇ ਜਿਹੜੇ ਖੂੰਖਾਰ ਦੰਦ ਸਰਕਾਰ ਦੇ ਨਵੇਂ ਪੈਦਾ ਕੀਤੇ ਗਏ ਆ। ਪਹਿਲਾਂ ਵੀ ਸੀਗਾ, ਟਾਡਾ ਸੀ, ਮੀਸਾ ਸੀ, ਮੀਸਾ 'ਚ ਮੈਂ ਖੁਦ ਵੀ ਰਿਹਾ 2 ਮਹੀਨੇ, ਮੈਨੂੰ ਪਤਾ ਉਹ ਇਸੇ ਤਰ੍ਹਾਂ ਦਾ ਸੀ, ਜਿੱਥੇ ਲੋਅਰ ਕੋਰਟ 'ਚ ਪੇਸ਼ੀ ਨਹੀਂ ਸੀ, ਸਿੱਧੀ ਹਾਈ ਕੋਰਟ 'ਚ ਪੇਸ਼ੀ ਸਾਡੀ ਹੋਈ ਸੀਗੀ। 72 ਦੀਆਂ ਗੱਲਾਂ ਕਰ ਰਿਹਾ। ਇਹ ਉਹਨੂੰ ਵੱਧਦੇ ਕਦੀ ਟਾਡਾ ਬਣ ਗਿਆ, ਕਦੀ ਉਹ ਪੋਟਾ ਬਣ ਗਿਆ, ਫਿਰ ਉਹ ਹੁਣੇ UAPA ਬਣ ਗਿਆ। ਇਹ ਡਰੈਕੋਨੀਅਨ ਲਾਜ਼ ਇਹਨਾਂ ਨੂੰ ਕਹਿੰਦੇ, ਬੜੇ ਘਾਤਕ ਡੈਮੋਕ੍ਰੇਸੀ ਲਈ ਹੈਗੇ ਆ। ਉਹਦੇ ਤੇ ਵੀ ਉਹਨਾਂ ਨੇ ਸਟ੍ਰਿਕਚਰ ਪਾਸ ਕੀਤੇ। ਹਾਈ ਕੋਰਟ ਨੇ ਬੜਾ ਚੰਗਾ ਕੀਤਾ, ਦਿੱਲੀ ਹਾਈ ਕੋਰਟ ਨੇ। ਉਹਨਾਂ ਨੇ ਕਹਿ ਦਿੱਤਾ ਕਿ ਤੁਹਾਡੇ ਕੋਲ ਅੱਲੇ ਪੱਲੇ ਤੇ ਹੈ ਨਹੀਂ ਕਿ ਦੁਨੀਆ ਦੇ ਜਾਂ ਦੇਸ਼ ਦੇ ਸਿਟੀਜ਼ਨ ਦਾ ਇੱਥੇ ਆਜ਼ਾਦ ਵਿਚਾਰ ਰੱਖਣ ਦਾ, ਆਜ਼ਾਦ ਸਪੀਚ ਦਾ, ਆਜ਼ਾਦ ਤੌਰ ਤੇ ਲਿਖਣ ਦਾ, ਆਜ਼ਾਦ ਤੌਰ ਤੇ ਸੋਸ਼ਲ ਐਕਟੀਵਿਟੀ ਕਰਨ ਦਾ ਅਧਿਕਾਰ ਹੈ ਕਿ ਨਹੀਂ ਹੈ? ਜੇ ਇਹੀ ਨਹੀਂ ਜਿਹੜਾ ਸੰਵਿਧਾਨ ਦੇ ਸਾਡੇ ਮੁੱਢਲੇ ਫੰਡਾਮੈਂਟਲ ਰਾਈਟਸ ਵਿੱਚ ਦਿੱਤਾ, ਤੇ ਫਿਰ ਕਾਹਦੀ ਡੈਮੋਕ੍ਰੇਸੀ ਹੈ? ਫਿਰ ਤੇ ਡੈਮੋਕ੍ਰੇਸੀ ਨਾਂ ਦੀ ਹੈ, ਕਾਗਜ਼ਾਂ 'ਚ ਹੈ, ਧਰਾਤਲ ਦੇ ਉੱਤੇ ਜੇ ਤੁਸੀਂ ਥੋੜਾ ਜਿਹਾ ਵੀ ਆਪਣੀ ਵਿਰੋਧਾਭਾਸ ਕੋਈ ਭਾਸ਼ਾ ਵਰਤਦੇ ਆ, ਕੋਈ ਪ੍ਰੋਟੈਸਟ ਕਰਦੇ ਆ, ਫੱਟ ਦੇਣੀ ਲਾਅ ਲਾ ਕੇ UAPA ਲਾਓ ਜੀ। ਇਹ ਤੇ ਦੇਸ਼ ਨੂੰ ਖਤਰਾ, ਦੇਸ਼ ਦੀ ਏਕਤਾ ਨੂੰ, ਅਖੰਡਤਾ ਨੂੰ ਖਤਰਾ, ਔਰ ਦੇਸ਼ ਦੀ ਸਟੇਟ ਨੂੰ ਖਤਰਾ। ਇਹਨਾਂ ਤੇ ਸਟੇਟ ਹਿਲਾ ਦੇਣੀ ਸੀ, ਚੂੜਾਂ ਹਿਲਾ ਦੇਣੀਆਂ ਸੀ।
ਨਾ ਉਹਦੇ ਕੋਲ ਕੋਈ ਬੰਦੂਕ ਆ, ਨਾ ਕੋਈ ਜਥੇਬੰਦੀ ਆ। ਇੱਕ ਕਲਮ ਦੇ ਲਿਖ ਦੇਣ ਨਾਲ ਚੂੜਾਂ ਹਿੱਲ ਜਾਣਗੀਆਂ, ਇੱਕ ਕੋਈ ਪੋਸਟਰ ਕਿਤੇ ਭੇਜ ਦੇਣ ਦੇ ਨਾਲ ਸਰਕਾਰ ਦੀਆਂ ਚੂੜਾਂ। ਇਹਦਾ ਮਤਲਬ ਜੇ ਸਰਕਾਰ ਇੱਕ ਪੋਸਟਰ ਤੇ ਇੱਕ ਪੈਨ ਦੇ ਨਾਲ ਹਿੱਲ ਸਕਦੀ ਹੈ, ਸਰਕਾਰ ਹੈ ਹੀ ਨਹੀਂ, ਇਹ ਹਵਾ 'ਚ ਹੈ ਸਰਕਾਰ। ਇਹ ਤਾਂ ਮਾੜਾ ਜਿਹਾ ਕੋਈ ਪਿੰਨ ਮਾਰ ਦਿਓ, ਗੁਬਾਰੇ ਵਾਂਗੂ ਠਾ ਕਰਕੇ ਧਰਤੀ ਤੇ ਡਿੱਗ ਪਊਗੀ। ਇਸ ਤਰੀਕੇ ਨਾਲ, ਕਿਉਂਕਿ ਇਹਨਾਂ ਸਰਕਾਰਾਂ ਦੀ ਵੈਸੇ ਇੱਕ ਲੈਵਲ ਤੇ ਗੱਲ ਠੀਕ ਆ, ਇਹ ਸਰਕਾਰਾਂ ਏਡੀਆਂ ਪਾਪੀ ਸਰਕਾਰਾਂ ਆ, ਏਡੀਆਂ ਲੋਕਾਂ ਤੋਂ ਨਿਖੜੀਆਂ ਤੇ ਧੋਖਾਧੜੀ ਨਾਲ ਬਣੀਆਂ ਸਰਕਾਰਾਂ ਆ, ਇਹਨਾਂ ਦਾ ਲੋਕਾਂ 'ਚ ਭਰੋਸਾ ਹੀ ਨਹੀਂ। ਇਸੇ ਕਰਕੇ ਉਹ ਲਗਾਤਾਰ ਲੋਕਾਂ ਤੋਂ ਡਰਦੇ ਆ ਤੇ ਲੋਕਾਂ ਨੂੰ ਦਬਾਉਣ ਲਈ ਇਹੋ ਜਿਹੇ ਕਾਨੂੰਨ ਲੈ ਕੇ ਆਉਂਦੇ ਆ। ਉਹ ਤਾਂ ਚਿੰਤਤ ਆ। ਇਕੱਲਾ ਨਰਵਾਲ ਦਾ, ਨਾ ਅਕਾਲੀਤਾ ਦਾ, ਜਾਂ ਉਹ ਇਕਬਾਲ ਦੇ ਮੁੰਡੇ ਦਾ ਜਿਹੜਾ ਜਾਮੀਆਂ ਵਾਲਾ ਹੈ, ਜਾਂ JNU ਦੇ ਬੱਚੇ ਹੈ, ਉਹਨਾਂ ਤੋਂ ਨਹੀਂ ਡਰਦੇ। JNU ਨੂੰ ਕਿਉਂ ਲਗਾਤਾਰ ਬੰਦ ਕਰਨ ਨੂੰ ਤਿਆਰ ਰਹਿੰਦੇ ਆ? ਕਦੀ ਕਹਿੰਦੇ ਉਹਨਾਂ ਦੇ ਟੇਕ ਤੇ ਟੈਂਕ ਰੱਖਾਂਗੇ, ਕਦੀ ਕਹਿੰਦੇ ਗੇਟ ਤੇ, ਕਦੀ ਕੁਛ ਕਰਾਂਗੇ। ਇਹ ਤਾਂ ਚਾਹੁੰਦੇ ਕਿ ਉੱਥੋਂ ਸੋਚਣ ਵਾਲੇ ਬੰਦੇ, ਉੱਥੋਂ ਬਾਗੀ ਲੋਕ, ਉੱਥੋਂ ਸਵਾਲ ਕਰਨ ਵਾਲੇ ਲੋਕ, ਜਿਹਦੀ ਅਸੀਂ ਕਹਿੰਦੇ ਹਿਸਾਬ ਦੋ ਜਵਾਬ ਦੋ, ਹਿਸਾਬ ਦੋ ਵਾਲੀ ਮੂਵਮੈਂਟ ਛੇੜਨੀ ਚਾਹੁੰਦੇ ਆ ਅਸੀਂ, ਉਸ ਦਾ ਉੱਥੋਂ ਬੱਚੇ ਪੈਦਾ ਹੁੰਦੇ ਹੋ, ਲਗਾਤਾਰ ਸਵਾਲ ਕਰਦੇ। ਇਸੇ ਕਰਕੇ ਜੇਲ੍ਹ 'ਚ ਵੀ ਹੈ ਅਕਾਲੀਤਾ ਤੇ ਨਾਰਵਾਲ। ਉੱਥੇ ਦੇ ਦੋਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਸਟੂਡੈਂਟ ਆ। ਇਹਨਾਂ ਨੂੰ ਇਹ ਕੋਈ ਇਹੋ ਜਿਹੀ ਚੀਜ਼ ਮਨਜ਼ੂਰ ਨਹੀਂ ਜਿੱਥੇ ਕਿਤੇ ਵੀ ਲੋਕਾਂ ਦੇ ਅਧਿਕਾਰਾਂ ਦੀ ਗੱਲ, ਲੋਕਾਂ ਦੀ ਸਵੈ ਅਭਿਮਾਨ ਤੇ ਲੋਕਾਂ ਦੀ ਇੱਜ਼ਤ ਮਾਣ ਦੀ ਗੱਲ, ਜਾਂ ਕਿਸੇ ਵੀ ਕਿਸਮ ਦੇ ਲੋਕਾਂ ਦੇ ਐਮਪਲਾਇਮੈਂਟ ਦੀ ਗੱਲ ਹੋਵੇ, ਜਾਂ ਭੁੱਖਮਰੀ ਤੋਂ ਬਚਣ ਦੀ ਗੱਲ ਹੋਵੇ। ਇਹ ਜਿਹੜੇ ਮੁੱਢਲੇ ਅਧਿਕਾਰ ਲੋਕਾਂ ਦੇ, ਜਿਹਨੇ ਰਾਈਟ, ਜਿਹੜਾ ਆਰਟੀਕਲ 21 ਹੈ, ਰਾਈਟ ਟੂ ਲਿਵ ਵਿਦ ਡਿਗਨਿਟੀ, ਉਸ ਲਈ ਇਹ ਜਿਹੜੀ ਪੁਲਿਸ ਹੈ ਡਰੀ ਹੈ ਕਿ ਇਹਨਾਂ ਨੇ ਕਾਨੂੰਨ ਨੂੰ ਵੀ ਚੈਲੰਜ ਕਰਤਾ, UAPA ਨੂੰ ਵੀ ਚੈਲੰਜ ਕਰਤਾ, ਪੁਲਿਸ ਦੇ ਮੂੰਹ ਤੇ ਥੱਪੜ ਮਾਰ ਹੀ ਦਿੱਤਾ, ਤੇ ਕਨਸਟੀਟਿਊਸ਼ਨ ਦੀ ਧਾਰਾ, ਜਿਹੜੀਆਂ ਧਾਰਾਵਾਂ ਜਿਹਦੇ ਲੋਕਾਂ ਦੇ ਮੁੱਢਲੇ ਫੰਡਾਮੈਂਟਲ ਰਾਈਟਸ ਆ, ਉਹਦੀ ਆੜ 'ਚ ਕੀਤਾ। ਸੁਪਰੀਮ ਕੋਰਟ ਦੀਆਂ ਨਾਲ ਜਿਹੜੀਆਂ ਪੁਰਾਣੀਆਂ ਜੱਜਮੈਂਟ, ਉਹਨੂੰ ਐਡ ਕਰਕੇ ਕੀਤਾ। ਇਹਨਾਂ ਲਈ ਸਕੰਜਾ ਕੱਸਿਆ ਬਹੁਤ ਹੈ ਹਾਈ ਕੋਰਟ ਨੇ। ਹੁਣ ਦੇਖਦੇ ਹਾਂ ਸੁਪਰੀਮ ਕੋਰਟ ਕੀ ਕਰਦੀ ਆ। ਪਰ ਹੈ ਬੜੀ ਸ਼ਰਮ ਵਾਲੀ ਗੱਲ ਕਿ ਬਿਨਾਂ ਕਿਸੇ ਪ੍ਰੂਫ ਨੂੰ ਦਿੱਤਿਆਂ, ਤੁਹਾਨੂੰ ਸਾਲ ਤੋਂ ਉੱਪਰ ਟਾਈਮ ਹੋ ਗਿਆ, ਤੁਸੀਂ ਬੱਚਿਆਂ ਨੂੰ ਅੰਦਰ ਦਿੱਤਾ ਪੜ੍ਹਾਈ ਕਰਨ ਦੀ ਜਗ੍ਹਾ। ਇਹਨਾਂ ਦੀ ਯੂਨੀਵਰਸਿਟੀ ਤੇ ਹੋਸਟਲ ਜਗ੍ਹਾ ਹੋਣੀ ਚਾਹੀਦੀ ਹੈ ਕਿ ਜੇਲ੍ਹਾਂ ਜਗ੍ਹਾ ਹੋਣੀ ਚਾਹੀਦੀ ਆ? ਇਹਨਾਂ ਪਾਪਾਂ ਦਾ ਬੇੜਾ ਭਰ ਚੁੱਕਾ ਆ। ਇਹ ਹੁਣ ਡੁੱਬੂਗਾ। ਇਸ ਤਰ੍ਹਾਂ ਹੀ ਕਦੀ ਹੌਲੀ ਹੌਲੀ, ਜਿਵੇਂ ਕਿਸਾਨਾਂ ਨੇ ਸ਼ੁਰੂ ਕੀਤਾ, ਹੋਰ ਨੌਜਵਾਨ ਵੀ ਏਡੀ ਵੱਡੀ ਪੱਧਰ ਤੇ ਸੜਕਾਂ ਤੇ ਆਉਣਗੇ, ਮਜ਼ਦੂਰ ਏਡੀ ਵੱਡੀ ਪੱਧਰ ਤੇ ਸੜਕਾਂ ਤੇ ਆਉਣਗੇ। ਇੱਥੇ ਹੁਣ ਅਸਲ ਮਾਨਿਆ 'ਚ ਡੈਮੋਕ੍ਰੇਸੀ, ਜਿਹੜੀ ਜੋ ਅਸਲ ਰੂਪ 'ਚ ਹੋਣੀ ਚਾਹੀਦੀ ਆ, ਜੋ ਸਾਡੇ ਸੰਵਿਧਾਨ 'ਚ ਦਿੱਤੀ ਹੋਈ ਹੈ, ਉਹਦੇ ਅਨੁਕੂਲ ਅਸਲ ਮਾਨਿਆ 'ਚ ਜਿਹੜੀ ਕੀ ਡੈਮੋਕ੍ਰੇਸੀ ਜਾਂ ਲੋਕਤੰਤਰ ਜਮਹੂਰੀਅਤ ਕੀ ਹੋਣੀ ਚਾਹੀਦੀ ਆ, ਉਹ ਹੌਲੀ ਹੌਲੀ ਮੇਰਾ ਖਿਆਲ ਸੁਪਨੇ ਸਾਕਾਰ ਹੋਣ ਵੱਲ ਸ਼ੁਰੂ ਹੋ ਪਏ। ਬਿਲਕੁਲ ਬਿਲਕੁਲ। ਜਿਨ੍ਹਾਂ ਗੱਲਾਂ ਦਾ ਜਵਾਬ ਦੇਣਾ ਹੈ, ਉਹਨਾਂ ਤੋਂ ਸਰਕਾਰ ਭੱਜਦੀ ਹੈ। ਮਸਲੇ ਜਿਹੜੇ ਨੇ, ਜੇ ਆਪਾਂ ਰਾਮ ਮੰਦਿਰ ਦੀ ਗੱਲ ਕਰੀਏ, ਮੇਰਾ ਆਖਰੀ ਸਵਾਲ ਹੈ ਕਿ ਰਾਮ ਮੰਦਿਰ ਨੂੰ ਲੈ ਕੇ ਹਾਲੇ ਤੱਕ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇੱਕ ਤੋਂ ਇੱਕ ਖੁਲਾਸਾ, ਨਵੀਂ ਤੋਂ ਨਵੀਂ ਗੱਲ ਜਿਹੜੀ ਉਹ ਸਾਹਮਣੇ ਆ ਰਹੀ ਹੈ, ਤੇ ਸਾਰਿਆਂ ਤੋਂ ਹੀ ਪਾਸਾ ਵੱਟਿਆ ਜਾ ਰਿਹਾ ਕਿ ਇਹ ਨਹੀਂ ਕੀਤਾ ਜੀ, ਅਸੀਂ ਉਹ ਨਹੀਂ ਕੀਤਾ। ਇਹ ਪਾਰਟੀ, ਜਿੱਥੇ ਰਾਮ ਮੰਦਿਰ ਦਾ ਜਦੋਂ ਉੱਥੇ ਭੂਮੀ ਪੂਜਨ ਹੋਇਆ, ਪ੍ਰਧਾਨ ਮੰਤਰੀ ਗਿਆ। ਪਹਿਲਾਂ ਤਾਂ ਪ੍ਰਧਾਨ ਮੰਤਰੀ ਨੂੰ ਇੱਕ ਧਰਮ ਦੇ ਵਿੱਚ ਜਾਣ ਦੀ ਕੀ ਲੋੜ ਸੀ? ਠੀਕ ਹੈ, ਚਲੋ ਗਿਆ, ਠੀਕ ਹੈ। ਜੇ ਉਹ ਪ੍ਰਧਾਨ ਮੰਤਰੀ ਕਹੂਗਾ ਮੈਂ ਪ੍ਰਧਾਨ ਮੰਤਰੀ ਦੇ ਤੌਰ ਤੇ ਨਹੀਂ ਗਿਆ, ਤੇ ਫਿਰ ਪੈਦਲ ਜਾਂਦਾ, ਆਪਣਾ ਗੱਡੀ ਲੈ ਕੇ, ਪ੍ਰਾਈਵੇਟ ਗੱਡੀ ਤੇ ਜਾਂਦਾ ਨਾ। ਫਿਰ ਸਰਕਾਰੀ ਤੰਤਰ ਮੰਤਰ ਸਾਰਾ ਲਾ ਕੇ ਕਿਉਂ ਜਾਂਦੇ ਆ? ਮੈਂ ਜਦੋਂ ਦਰਬਾਰ ਸਾਹਿਬ ਜਾਊਂਗਾ, ਕਿਤੇ ਵੀ ਜਾਊਂਗਾ, ਮੈਂ ਆਪਣੇ ਪੈਸੇ ਤੇ ਜਾਊਂਗਾ, ਮੈਂ ਸਰਕਾਰੀ ਗੱਡੀ ਤੇ ਕਿਉਂ ਜਾਊਂਗਾ? ਮੈਂ ਯੂਨੀਵਰਸਿਟੀ ਨੂੰ ਕਹੂੰਗਾ ਕਿ ਮੈਨੂੰ ਉੱਥੇ ਗੱਡੀ ਭੇਜੋ। ਇਹ ਗਲਤ ਗੱਲਾਂ ਆ। ਪਰ ਚਲੋ ਗਏ। ਹੁਣ ਉਹਦੇ ਤੇ 92 ਤੋਂ ਲੈ ਕੇ ਕਿੰਨੇ ਚਿਰ ਤੱਕ ਕਿੱਡੀ ਵੱਡੀ ਮੂਵਮੈਂਟ, ਤੇ ਹੋਣ ਵਾਲੀਆਂ ਸਰਕਾਰਾਂ ਰਾਮ ਮੰਦਿਰ ਦੇ ਨਾਂ ਤੇ ਰਿੜਕ ਕੇ ਬਣਾ ਲਈਆਂ। ਠੀਕ ਹੈ ਨਾ, ਐਡੀਆਂ ਵੱਡੀਆਂ ਮੈਜੋਰਟੀਆਂ ਵੀ ਲੈ ਲਈਆਂ। ਉਸ ਰਾਮ ਮੰਦਿਰ ਨੂੰ, ਜਿਹਨੂੰ ਅਲਟੀਮੇਟਲੀ ਇਹਨਾਂ ਨੇ ਜਿੱਤ ਹਾਸਲ ਕਰ ਲਈ ਕਿ ਹਾਂ ਇੱਥੇ ਰਾਮ ਮੰਦਿਰ ਹੋਊਗਾ, ਉਹਦੀ ਹਾਲਤ ਦੇਖ ਲਓ ਕੀ ਆ। ਇਹ ਤੇ ਰਾਮ ਨੂੰ ਵੀ ਜੋ ਲੋਕ ਛੱਡਦੇ ਨਹੀਂ, ਰੱਬ ਨੂੰ ਵੀ ਨਹੀਂ ਛੱਡਦੇ। ਉਹ ਲੋਕ ਜਾਂ ਉਹ ਜਿਹੜੇ ਉਹਨਾਂ ਦੇ ਅਨੁਯਾਈ ਕਿਹੋ ਜਿਹੇ ਹੋਣਗੇ? ਇੱਕੋ ਹੀ ਮਾਲਕ ਤੋਂ ਜ਼ਮੀਨਾਂ ਦੇ 2 ਟੁਕੜੇ ਲਏ, ਕਾਹਦੇ ਲਈ? ਰਾਮ ਮੰਦਿਰ ਦੀ ਐਕਸਟੈਂਸ਼ਨ ਲਈ, ਉਹਦੀ ਉੱਥੇ ਜਿਹੜੀ ਡਿਵੈਲਪਮੈਂਟ ਕਰਨੀ ਆ, ਉਹਦੇ ਵਿਕਾਸ ਲਈ। ਇੱਕ ਲਿਆ ਟੁਕੜਾ ਇੱਕੋ ਹੀ ਮਾਲਕ ਤੋਂ, ਇਕੱਠੇ ਇੱਕੋ ਦਿਨ ਉਹਨਾਂ ਦੀ ਰਜਿਸਟਰੀ ਹੁੰਦੀ ਹੈ, ਇੱਕੋ ਹੀ ਦਿਨ ਉਸੇ ਹੀ ਕੋਰਟ 'ਚ ਹੁੰਦੀ ਹੈ, 18 ਮਾਰਚ ਨੂੰ। ਔਰ ਇੱਕ ਦੇ ਵਿੱਚ 1.2 ਹੈਕਟੇਅਰ ਔਰ ਇੱਕ ਹੈਗਾ 1.03 ਹੈਕਟੇਅਰ। ਜਿਹੜਾ 1.03 ਹੈਕਟੇਅਰ ਹੈਗਾ, ਉਹ ਲਈ ਆ 18.5 ਕਰੋੜ ਦੀ। ਔਰ ਜਿਹੜੀ 1.2 ਹੈਕਟੇਅਰ ਹੈਗੀ, ਉਹ ਲਈ ਹੈ 8 ਕਰੋੜ ਦੀ। ਔਰ ਪਹਿਲਾਂ ਜਿਹੜੀ 18.5 ਕਰੋੜ ਦੀ ਲਈ ਹੈ, ਉਹ ਪਹਿਲਾਂ ਇੱਕ ਹੋਰ ਬੰਦੇ ਨੇ ਓਰੀਜਨਲ ਮਾਲਕ ਤੋਂ 2 ਕਰੋੜ ਦੀ ਖਰੀਦੀ, ਉਸੇ ਦਿਨ ਹੀ 16.5 ਕਰੋੜ ਦਾ ਫਾਇਦਾ ਦੇ ਕੇ ਫਿਰ ਅੱਗੇ ਵੇਚਦੀ। ਇਹਦੇ ਨਾਲੋਂ ਵੱਧ ਧਾਂਦਲੀ ਹੋਰ ਕੀ ਹੋ ਸਕਦੀ ਹੈ? ਜ਼ਮੀਨਾਂ ਦੇ ਟੁਕੜੇ 2,
ਉੱਥੇ ਹੀ ਜ਼ਮੀਨ ਨਾਲ ਲੱਗਦੀ, ਮਾਲਕ ਵੀ ਇੱਕੋ, ਤਰੀਕ ਵੀ ਇੱਕੋ। ਇੱਕ ਜ਼ਮੀਨ ਤਕਰੀਬਨ 3 ਕਰੋੜ ਪਰ ਏਕੜ ਦੀ ਵਿਕਦੀ ਹੈ ਉਸੇ ਟਰਸਟ ਨੂੰ, ਉਹੀ ਟਰਸਟੀ। ਔਰ ਦੂਜੀ ਜਿਹੜੀ ਰਜਿਸਟ੍ਰੇਸ਼ਨ ਹੋ ਰਹੀ ਹੈ ਉਹ ਤਕਰੀਬਨ 6 ਕਰੋੜ ਪਰ ਏਕੜ ਨੂੰ ਵਿਕ ਰਿਹਾ ਦੂਜਾ ਟੁਕੜਾ। ਹਾਦੀ ਹੋ ਗਈ। ਇਹ ਰਾਮ ਨੂੰ ਤੁਸੀਂ ਰਾਮ ਨੂੰ ਇੱਕ ਲੁੱਟ ਦਾ ਸਾਧਨ ਬਣਾਇਆ। ਮੈਂ ਕਹਿੰਦਾ ਕਿ ਇਸੇ ਕਰਕੇ ਮੰਦਿਰਾਂ ਦੇ ਵਿੱਚ ਕਦੀ ਨੌਨ ਬ੍ਰਾਹਮਣ ਨੂੰ ਪੁਜਾਰੀ ਨਹੀਂ ਬਣ ਦਿੰਦੇ। ਦਲਿਤ ਕਰਦੇ ਆ ਨਾ ਚੀਫ ਮਿਨਿਸਟਰ ਬਣਾਉਣ ਪੁਜਾਰੀ, ਕਿਉਂਕਿ ਉਹ ਇਨਸਾਨ ਨਹੀਂ ਹੈਗੇ, ਉਹ ਹਿੰਦੂ ਨਹੀਂ ਹੈਗੇ, ਉਹ ਵੀ ਤੁਹਾਡੇ ਭਾਈ ਆ, ਉਹਨਾਂ ਨੂੰ ਬਣਾਓ ਪੁਜਾਰੀ। ਕਿਉਂ ਨਹੀਂ ਬਣਾਉਂਦੇ? ਵੀ ਕਿਸੇ ਦਾ ਠੇਕਾ ਲਿਆ ਕੇ ਪੰਡਿਤ ਹੀ ਉੱਥੇ ਚੰਗਾ ਸਾਰਾ ਕੁਝ ਪੜ੍ਹ ਸਕਦਾ। ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਰਵਿਦਾਸੀਆ ਸਿੱਖ ਪਾਠੀ ਹੈਗੇ ਆ, SGPC ਦੇ ਵੱਡੇ ਵੱਡੇ ਆਫਿਸ ਦੇ ਵਿੱਚ ਉਹ ਸੁਸ਼ੋਭਿਤ ਹੁੰਦੇ ਆ, ਸਾਰੀ ਜਗ੍ਹਾ ਹੈ ਨਾ, ਇੰਨੀ ਖੁੱਲ੍ਹ ਤੇ ਹੈ। ਇਹ ਰਾਮ ਮੰਦਿਰ ਦੇ ਨਾਂ ਤੇ ਲੁੱਟ ਦੇ ਸਾਧਨ ਬਣਾਏ ਆ। ਬੜੀ ਅਫਸੋਸ ਦੀ ਗੱਲ ਆ। ਕੱਲਾ ਇਹੀ ਹੇਰਾਫੇਰੀ ਨਹੀਂ, ਸਮਾਜ ਨੂੰ ਵੀ ਪਾੜ ਕੇ ਦਰਕਾਰ ਕੇ ਕਿਸ ਵੱਡੇ ਬੰਦਿਆਂ ਨੂੰ ਹਿੱਸੇ ਨੂੰ ਲਤਾੜ ਕੇ ਤੁਸੀਂ ਰੱਬ ਦੇ ਦਰਸ਼ਨ ਨਹੀਂ ਕਰਨ ਦਿੰਦੇ, ਔਰਤਾਂ ਨੂੰ ਦਰਸ਼ਨ ਨਹੀਂ ਕਰਨ ਦਿੰਦੇ। ਇਹ ਕਿਹੋ ਜਿਹਾ ਰੱਬ ਆ ਤੁਹਾਡਾ? ਇਹ ਪੰਡਤਾਂ ਦਾ ਇੱਕ ਬਿਜ਼ਨਸ ਹੈਗਾ, ਇਸ ਤਰੀਕੇ ਦਾ ਬਣ ਗਿਆ ਪੰਡਤਾਂ ਦਾ, ਜਾਂ ਇਹ ਰੱਬ ਦਾ ਇੱਕ ਅਸਲੀ ਜਿਸ ਦਾ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਉਸ ਦਾ ਇੱਕ ਪ੍ਰਚਾਰ ਕਰਨ ਦਾ, ਉਸ ਦਾ ਇੱਕ ਲੋਕਾਂ ਨੂੰ ਇਮੈਜੀਨੇਸ਼ਨ ਦੇਣ ਦਾ ਇੱਕ ਸਾਧਨ ਆ ਜਾਂ ਸੋਮਾ ਹੈਗਾ? ਇਹ ਤੇ ਜੇ ਮੰਦਿਰਾਂ ਦੇ ਅੰਦਰ ਹੀ ਇਸ ਕਿਸਮ ਦੀ ਹੇਰਾ ਫੇਰੀ, ਧਾਂਦਲੀਆਂ, ਚੋਰ ਬਜ਼ਾਰੀ ਜਾਂ ਇਹੋ ਜਿਹੀਆਂ ਹੋਣਗੀਆਂ, ਜਾਂ ਇਸ ਕਿਸਮ ਨਾਲ ਲੋਕਾਂ ਦੇ ਅੰਦਰ, ਲੋਕਾਂ ਦੇ ਨਾਲ ਵਿਤਕਰੇ ਵਾਲੀ ਭਾਵਨਾ ਕਿ ਔਰਤ ਲਾਗੇ ਨਹੀਂ ਜਾ ਸਕਦੀ, ਮੱਥਾ ਨਹੀਂ ਟੇਕ ਸਕਦੀ, ਫਲਾਨਾ ਡਰੈਸ ਨਹੀਂ ਪਹਿਨ ਸਕਦੀ, ਜਾਂ ਦਲਿਤ ਉੱਥੇ ਦੇ ਪੁਜਾਰੀ ਨਹੀਂ ਬਣ ਸਕਦੇ, ਇਹ ਸਾਡੇ ਦੇਸ਼ ਦੇ ਵਿੱਚ ਜਾਂ ਘੱਟੋ ਘੱਟ ਸਿੱਖੀ ਦੇ ਵਿੱਚ ਜਾਂ ਸਾਡੇ ਦੇਸ਼ ਦੇ ਵਿੱਚ, ਸਾਡੇ ਸੰਵਿਧਾਨ ਦੇ ਵਿੱਚ ਇਹ ਤੇ ਮਨਜ਼ੂਰ ਨਹੀਂ ਹੋਣਾ ਚਾਹੀਦਾ, ਨਾ ਹੈ। ਇੱਥੇ ਸਭ ਲੋਕ ਬਰਾਬਰ ਹੈਗੇ ਆ। ਹਰ ਇੱਕ ਨੂੰ ਆਪਣੇ ਆਪਣੇ ਧਰਮ ਦੀ ਜਿਹੜੀ ਉਸ ਕਿਸਮ ਦੀ ਪੂਜਾ ਕਰਨਾ, ਹਰ ਆਪਣੇ ਆਪਣੇ ਧਰਮ ਦੇ ਰਿਚੁਅਲ ਨੂੰ ਮੰਨਣਾ ਉਹ ਹੈਗਾ। ਮੇਰਾ ਖਿਆਲ ਹੈ ਕਿ ਇਸ ਕਿਸਮ ਦੀ ਜਿਹੜੀ ਮੂਵਮੈਂਟ ਅੰਦਰੋਂ ਆਰੀਆ ਸਮਾਜ ਮੂਵਮੈਂਟ ਚੱਲੀ ਸੀ, ਉਹਨਾਂ ਨੇ ਕੁਝ ਸੁਧਾਰ ਕੀਤੇ ਸੀਗੇ, ਪਰ ਉਹ ਵੀ ਅਲਟੀਮੇਟਲੀ ਤੁਹਾਨੂੰ ਪਤਾ ਕਿ ਉਹਦਾ ਅਸਰ ਜਦ ਤੱਕ ਉਹ ਲਗਾਤਾਰ ਧੱਕਾ ਨਾ ਪਏ ਉਹ ਅਸਰ ਡਾਊਨ ਹੋ ਜਾਂਦਾ। ਇਹ ਲੋੜ ਹੈ ਕਿ ਇਹਨਾਂ ਮੰਦਿਰਾਂ ਦੇ ਵਿੱਚ ਜਿਹੜੀ ਇਸ ਕਿਸਮ ਦੀ ਜੇ ਵੱਡੀ, ਉਹ ਵੀ ਰਾਮ ਮੰਦਿਰ, ਉਹ ਵੀ ਜਿਹੜਾ ਇਤਿਹਾਸਕ, ਜਿਹੜਾ ਐਡਾ ਉੱਚਾ ਮੰਦਿਰ ਬਣਨਾ, ਜਿਹੜਾ ਕਿ ਮੇਰਾ ਖਿਆਲ ਸਾਰੀ ਦੁਨੀਆ 'ਚ ਸਭ ਤੋਂ ਇੱਕ ਅਹਿਮ ਰਾਮ ਜੀ ਦੀ ਉੱਥੇ ਸੀਟ ਬਣਨੀ ਹੈ, ਸੀਟ ਆਫ ਵਰਸ਼ਿਪ ਬਣਨੀ ਹੈ, ਉੱਥੇ ਪੂਜਾ ਕਰਨੀ ਬਣਨੀ ਹੈ, ਜਿੱਥੇ ਪ੍ਰਧਾਨ ਮੰਤਰੀ ਸਾਰੀ ਦੁਨੀਆ ਇਨਵੋਲਡ ਹੈਗੀ। ਮੇਰਾ ਖਿਆਲ ਹੈ ਕਿ ਉਹ ਤੇ ਇਹੋ ਜਿਹੇ ਦਾਗਾਂ ਤੋਂ, ਇਹੋ ਜਿਹੇ ਵਿਵਾਦਾਂ ਤੋਂ ਬਿਲਕੁਲ ਉੱਪਰ ਉੱਠੀ ਹੋਣੀ ਚਾਹੀਦੀ ਸੀ। ਇਹਨਾਂ ਲੋਕਾਂ ਨੂੰ ਰਿਜ਼ਾਈਨ ਕਰਕੇ ਕਿਉਂਕਿ 16 ਬੰਦੇ, ਮੇਰੇ ਖਿਆਲ 18 ਬੰਦੇ ਆ ਜਾਂ ਕਿੰਨੇ ਵੀ ਹੈ, ਉਹਦੇ ਚੋਂ 90% ਬੰਦੇ ਸੈਂਟਰਲ ਗਵਰਨਮੈਂਟ ਤੋਂ ਇਹ ਟਰਸਟ ਦੇ ਨੋਮੀਨੀ ਹੈਗੇ। ਤੇ ਸਿੱਧਾ ਸਰਕਾਰ ਤੇ ਅਸਰ ਜਾਂਦਾ ਇਸ ਗੱਲ ਦਾ, ਪਿਆ ਕੀ ਕਰਤਾ ਸਾਡੇ ਬੰਦਿਆਂ ਨੇ। ਇਸ ਲਈ ਇਹਦਾ ਸਿੱਧਾ ਅਸਰ ਪੋਲਿਟਿਕਸ ਤੇ ਵੀ ਜਾਣਾ ਆ, RSS ਤੇ ਵੀ ਜਾਣਾ ਆ। ਇਹ ਤੇ ਮੇਰਾ ਖਿਆਲ ਕਾਫੀ ਭਾਂਡਾ ਫੁੱਟ ਗਿਆ, ਇਹ ਹੁਣ ਕਿੱਧਰ ਨੂੰ ਜਾਊਗਾ ਇਹ ਆਉਣ ਵਾਲੇ ਸਮੇਂ ਤੇ। ਬਿਲਕੁਲ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਸੁਣਦੇ ਹੁੰਦੇ ਸੀ ਕਿ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਤੇ ਉਹੀ ਹਾਲਾਤ ਜਿਹੜੇ ਨੇ ਉਹ ਮੁਲਕ ਦੇ ਵਿੱਚ ਪੈਦਾ ਹੁੰਦੇ ਦਿਖਾਈ ਦੇ ਰਹੇ ਨੇ। ਜਦੋਂ ਕੋਈ ਬੋਲਦਾ ਹੈ ਤਾਂ ਉਹਨੂੰ ਅੰਦਰ ਸੁੱਟ ਦਿੱਤਾ ਜਾਂਦਾ ਹੈ, ਜੇ ਕੋਈ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸ਼ੀਸ਼ਾ ਭੰਨ ਕੇ ਬੰਦੇ ਨੂੰ ਫੜ ਲਿਆ ਜਾਂਦਾ। ਮਤਲਬ ਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਬਣਦੇ ਲਗਾਤਾਰ ਜਾ ਰਹੇ ਨੇ। ਤੁਹਾਡਾ ਇਸ ਬਾਰੇ ਕੀ ਕਹਿਣਾ? ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਏ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।